ਜਪ। ਆਦ ਸੱਚ ਜੁਗਾਦ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆਰੇ। ਨਾਹੁ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਧਨ ਤੁਮ ਬਾਧੇ। ਆਪਣੇ ਛੂਟਨ ਕੋ ਜਤਨ ਕਰਹੁ, ਹਮ ਛੂਟੇ ਤੁਮ ਆਰਾਧੇ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਾਹ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਕਰ ਕਿਰਪਾ ਜਿਸ ਆਪ ਬਨ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਹਰ ਸਿਮਰਨ ਕਰ
ਭਗਤ ਪ੍ਰਗਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਹਜੂਰ ਜਹਰ ਹਜੂਰ ਦੀਨਾ ਬੰਧੂ, ਭਗਤ ਵਛਲ ਦਇਆ ਕੇ ਸਾਗਰ, ਕਰੁਣਾ ਨਿਧਾਨ ਗੁਰੂ ਗਰੀਬ ਨਵਾਜ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਿਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਮਹਾਰਾਜ ਦੀ ਮਿਹਰਾਮਤ ਦੇ ਸਦਕਾ ਇਹ ਸਾਧ ਸੰਗਤ ਦੀਆਂ ਘੜੀਆਂ ਮਾਨਣੇ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਸੁਣਨ ਦਾ, ਕਥਾ ਵਿਚਾਰਾਂ ਸ਼ਰਵਣ ਕਰਨ ਦੇ ਸੁਭਾਗ, ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਨ ਦਾ ਸੁਭਾਗ, ਪੂਰਬਲੇ ਕੀਤੇ ਹੋਏ ਸ਼ੁਭ ਕਰਮਾਂ ਦਾ ਫਲ ਹੈ, ਜੋ ਐਸ ਸਮੇਂ ਆਪਾਂ ਮਹਾਰਾਜ ਦੀ ਨਿੱਘੀ ਗੋਦ ਅੰਦਰ ਸਾਜ ਬੈਠੇ ਹਾਂ ਅਰ ਨਿਤਾ ਪ੍ਰਤੀ ਸਾਜ ਬੈਠਦੇ ਹਾਂ। ਜਿਸ ਤਰ੍ਹਾਂ ਸਾਧ ਸੰਗਤ ਜੀ ਸੰਸਾਰੀ ਲੋਕ ਸੰਸਾਰ ਵਾਲੇ ਪਾਸੇ ਨੂੰ ਉਦਮ ਕਰਦੇ ਹੈ, ਮਾਇਆ ਦੀ ਪ੍ਰਾਪਤੀ ਵਾਸਤੇ ਉਦਮ ਕਰਦੇ ਹੈ, ਉਸੇ ਤਰ੍ਹਾਂ ਪਰਮੇਸ਼ਰ ਦੇ ਭਗਤ ਗੁਰਸਿੱਖ ਨਾਮ ਰਸੀਏ ਉਹ ਪਰਮਾਰਥ ਵਾਲੇ ਪਾਸੇ ਨੂੰ ਹੰਬਲਾ ਮਾਰਦੇ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਇਹ ਪ੍ਰਾਣੀ ਸੰਸਾਰ ਵਿੱਚ ਹੋਰ ਸਾਰੇ ਹੀ ਬਲ ਵੰਚ ਕਰ ਰਿਹਾ, ਮਾਇਆ ਕਮਾਉਣ ਖਾਤਰ। ਉਦਰ ਭਰਨ ਕੈ ਤਾਈ, ਪੇਟ ਭਰਨ ਖਾਤਰ। ਔਰ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਸਾਰਿਆਂ ਸਰੀਰਾਂ ਦੀ ਖੁਰਾਕ ਹੈ। ਬਾਹਰੀ ਤੌਰ 'ਤੇ ਆਪ ਵੇਖੋ, ਸਾਡੇ ਸਰੀਰ ਨੂੰ ਵੀ ਸਾਡੇ ਤ੍ਰੈਵਣ ਦੇਹੁਰੀ ਚੱਲੇ ਪਾਣੀ ਅੰਨ। ਸਾਡੀ ਇਹ ਸਰੀਰ ਹੈ ਜਿਹੜਾ ਸਥੂਲ 5 ਤੱਤਾਂ ਦਾ ਸਰੀਰ, ਅੰਨ ਪਾਣੀ ਦੇ ਆਸਰੇ ਚੱਲਦਾ ਹੈ। ਅੰਨ ਪ੍ਰਸ਼ਾਦਾ ਇਹਦੇ ਵਿੱਚ ਪਾਈ ਜਾਓ ਅਤੇ ਇਹ ਉਹਦੀ ਊਰਜਾ ਨਾਲ, ਉਹਦੇ ਬਲ ਨਾਲ ਚਲਿਆ ਰਹਿੰਦਾ, ਤੁਰਿਆ ਰਹਿੰਦਾ, ਕੰਮ ਕਰਦਾ। ਜਦੋਂ ਸਰੀਰ ਦੀ ਖੁਰਾਕ ਘੱਟ ਜਾਂਦੀ ਹੈ, ਉਸ ਸਮੇਂ ਸਰੀਰ ਸਾਧ ਸੰਗਤ ਜੀ ਦੁਰਬਲ ਹੋ ਜਾਂਦਾ ਹੈ, ਪਤਲਾ ਕਮਜ਼ੋਰਾ ਪੈਣ ਲੱਗ ਜਾਂਦਾ ਹੈ। ਅਤੇ ਸਾਰੇ ਕਹਿੰਦੇ ਆ ਕਿ ਕੀ ਗੱਲ ਹੈ, ਤੈਨੂੰ ਖਾਣ ਪੀਣ ਨੂੰ ਕੁਝ ਮਿਲਦਾ ਨਹੀਂ, ਜਿਸ ਕਰਕੇ ਤੂੰ ਦਿਨੋਂ ਦਿਨ ਰਹਿੰਦਾ ਜਾਂਦਾ, ਪਤਲਾ ਹੁੰਦਾ ਜਾਂਦਾ। ਸਾਨੂੰ ਸਾਰਿਆਂ ਨੂੰ ਸਾਧ ਸੰਗਤ ਜੀ ਸਰੀਰ ਦੀ ਖੁਰਾਕ ਦਾ ਪਤਾ ਹੈ ਵੀ ਇੰਨੇ ਵਜੇ ਰੋਟੀ ਖਾਣੀ, ਇੰਨੇ ਵਜੇ ਸ਼ਾਮ ਦਾ ਪ੍ਰਸ਼ਾਦਾ ਛਕਣਾ ਹੈ। ਇਸ ਸਮੇਂ ਸਾਨੂੰ ਆਹ ਵਸਤੂ ਚਾਹੀਦੀ ਹੈ। ਸਾਨੂੰ ਸਾਰਿਆਂ ਨੂੰ ਪਤਾ ਸਰੀਰ ਦੀ ਖੁਰਾਕ ਦਾ, ਸਮੇਂ ਦਾ ਵੀ ਪਤਾ ਹੈ ਕਦੋਂ ਇਹਨੂੰ ਖੁਰਾਕ ਦਈਏ। ਔਰ ਸਾਧ ਸੰਗਤ ਦੀ ਮਨ ਦੀ ਖੁਰਾਕ ਜਿਹੜੀ ਉਹਦਾ ਕਿਸੇ ਨੂੰ ਗਿਆਨ ਨਹੀਂ। ਸਰੀਰ ਨੂੰ ਪਾਲਣ ਪੋਸ਼ਣ ਵਾਸਤੇ ਤਾਂ ਅੱਜ ਪ੍ਰਾਣੀ ਬੜੇ ਉੱਦਮ ਕਰਦਾ ਹੈ ਅਤੇ ਸਰੀਰ ਤਗੜਾ ਵੀ ਹੈ ਪ੍ਰਾਣੀ ਦਾ, ਪਰ ਇਕੱਲਾ ਸਰੀਰ ਹੀ ਤਗੜਾ ਹੈ, ਮਨ ਬਹੁਤ ਕਮਜ਼ੋਰ ਹੋ ਚੁੱਕਾ ਹੈ।
ਕਲਯੁਗ ਦਾ ਸਮਾਂ ਹੈ। ਪ੍ਰਾਣੀ ਰਸ-ਕਸ ਖਾ ਕੇ ਸਰੀਰ ਨੂੰ ਮੋਟਾ ਤਾਜ਼ਾ ਕਰਦਾ ਹੈ, ਪਰ ਮਨ ਜਿਹੜਾ ਪ੍ਰਾਣੀ ਦਾ ਹੈ ਸਾਧ ਸੰਗ ਦੀ, ਸਰੀਰ ਤਾਂ ਅਰੋਗ ਹੋ ਸਕਦਾ ਬਾਹਰੋਂ ਖੁਰਾਕ ਖਾ ਕੇ, ਪਰ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਰੋਗ ਚੰਬੜੇ ਹੋਏ ਹੈ। ਉਸ ਦਾ ਇਹਨੂੰ ਕੋਈ ਫਿਕਰ ਨਹੀਂ। ਤਨ ਦੀ ਖੁਰਾਕ ਅੰਨ ਪ੍ਰਸ਼ਾਦਾ ਹੈ, ਹੋਰ ਬੇਅੰਤ ਤਰ੍ਹਾਂ ਦੇ ਫਲ ਹੋ ਸਕਦੇ ਹੈ, ਪਰ ਇਹ ਸਾਧ ਸੰਗਤ ਦੀ ਮਨ ਦੀ ਖੁਰਾਕ ਨਹੀਂ ਹੋ ਸਕਦੇ। ਮਨ ਦੀ ਖੁਰਾਕ ਕੀ ਹੈ? ਉਹ ਨਾਮ ਹੈ। ਨਾਮ ਜਪੋ, ਨਾਮ ਸੁਣਨਾ, ਇਹ ਸਾਧ ਸੰਗਤ ਜੀ ਮਨ ਦੀਆਂ ਖੁਰਾਕਾਂ ਹਨ। ਜਿਨ੍ਹਾਂ ਪ੍ਰਾਣੀਆਂ ਦਾ ਮਨ ਕਾਇਮ ਹੈ ਉਹ ਫਿਰ ਇਹਨਾਂ ਰੋਗਾਂ ਤੋਂ ਵੀ ਬਚੇ ਰਹਿੰਦੇ, ਨਾ ਕਾਮੀ ਹੁੰਦੇ ਹੈ, ਨਾ ਕ੍ਰੋਧੀ ਹੁੰਦੇ, ਨਾ ਲੋਭ ਲਾਲਚ ਕਰਦੇ ਹੈ। ਉਹਨਾਂ ਦਾ ਜੀਵਨ ਤਰੀਕਾ ਸੁੰਦਰ ਹੈ, ਸੰਸਾਰ ਵਿੱਚ ਸੁੱਖ ਭੋਗਦੇ ਹਨ। ਸਰੀਰ ਚਾਹੇ ਕਮਜ਼ੋਰਾ ਵੀ ਹੈ, ਜੇ ਮਨ ਬਲਵਾਨ ਹੈ ਤਾਂ ਸਾਧ ਸੰਗ ਦੀ ਸਦਾ ਸੁੱਖ ਰਹੇਗਾ। ਔਰ ਜੇ ਸਰੀਰ ਤਗੜਾ ਹੈ, ਕਿੱਡਾ ਮਰਜ਼ੀ ਕੋਈ ਪਹਿਲਵਾਨ ਹੈ, ਜੇ ਮਨ ਉਹਦਾ ਕਮਜ਼ੋਰ ਹੈ, ਉਹਨੂੰ ਕਾਮ ਵੀ ਦੁੱਖ ਦੇਵੇਗਾ, ਉਹਨੂੰ ਕ੍ਰੋਧ ਵੀ ਦੁੱਖ ਦਿੰਦਾ ਹੈ, ਉਹਨੂੰ ਮੋਹ ਵੀ ਦੁੱਖ ਦੇਵੇਗਾ, ਹੰਕਾਰ ਵੀ ਦੁਖਦਾਈ ਬਣ ਜਾਂਦਾ ਹੈ। ਇਸ ਕਰਕੇ ਇਹ ਚਾਹੀਏ ਕਿ ਸਾਨੂੰ ਤਨ ਦੇ ਨਾਲ ਨਾਲ ਮਨ ਦੀ ਖੁਰਾਕ ਜੋ ਨਾਮ ਹੈ, ਉਹ ਨਾਮ ਜਪ ਕਰਕੇ ਆਪਣਾ ਜੀਵਨ ਸਫਲਾ ਕਰੀਏ ਅਤੇ ਮਨ ਨੂੰ ਬਲਵਾਨ ਬਣਾਈਏ। ਆਪ ਸਾਰੇ ਮਾਈ ਭਾਈ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਦੇ ਪਾਵਨ ਪਵਿੱਤਰ ਮਾ ਵਾਕਾ ਅਨੁਸਾਰ, ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਚੱਜੇ ਸਿੱਖ ਆਪ ਸਭ ਸੰਗਤਾਂ ਬਣ ਬੈਠੇ ਹੋ। ਮਹਾਰਾਜ ਦੇ ਦਰ ਘਰ ਸਾਧ ਸੰਗਤ ਦੀਆਂ ਹਾਜ਼ਰੀਆਂ ਮਾਣ ਰਹੇ ਹੋ। ਪਿਛਲੇ ਸਮੇਂ ਤੋਂ ਪਾਵਨ ਸ਼੍ਰੀ ਸੁਖਮਣੀ ਸਾਹਿਬ ਜੀ ਕੀ ਗਾਥਾ ਚੱਲ ਰਹੀ ਹੈ। 7 ਪਦੇ ਪਹਿਲੀ ਅਸ਼ਟਪਦੀ ਦੇ ਸੰਪੂਰਨ ਹੋਏ ਸਨ। ਅੱਗੇ ਇਸ ਅਸ਼ਟਪਦੀ ਦਾ ਇੱਕ ਪਦਾ ਰਹਿ ਗਿਆ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਮਨ ਚਿਤ ਬਿਰਤੀਆਂ ਇਕਾਗਰ ਕਰੋ। ਸਭ ਸੰਗਤ ਰਸਨਾ ਕਰੋ ਜੀ ਪਵਿੱਤਰ ਆਖਣਾ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਸਿਮਰਨ ਕਰ ਭਗਤ ਪ੍ਰਗਟਾਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਾਵਨ ਪਵਿੱਤਰ ਬਾਣੀ ਅੰਦਰ ਮਿਹਰਾਮਤ ਕਿਰਪਾ ਕਰ ਰਹੇ ਹਨ ਕਿ ਹਰੀ ਦਾ ਸਿਮਰਨ ਜਿਹੜਾ ਹੈ, ਹਰ ਸਿਮਰਨ ਹਰੀ ਦੇ ਸਿਮਰਨ ਕਰਕੇ ਹੀ, ਇਹ ਕਰਨੇ ਕਰਕੇ ਹੀ ਪਰਮੇਸ਼ਰ ਨੇ ਭਗਤਾਂ ਨੂੰ ਪ੍ਰਗਟਾਏ ਪੈਦਾ ਕੀਤਾ। ਸੰਸਾਰ ਦੇ ਅੰਦਰ ਭਗਤ ਕਿਉਂ ਆਉਂਦੇ ਹੈ? ਤੇ ਮਹਾਰਾਜ ਕਹਿੰਦੇ ਉਹ ਹਰੀ ਦਾ ਸਿਮਰਨ ਕਰਨ ਵਾਸਤੇ ਆਉਂਦੇ ਆ। ਵੀ ਮਨੁੱਖਾ ਦੇਹੀ ਤੋਂ ਬਿਨਾਂ ਸਾਧ ਸੰਗੀ ਸਿਮਰਨ ਨਹੀਂ। ਜਦੋਂ ਭਗਤਾਂ ਦਾ ਪਰਮੇਸ਼ਰ ਦੇ ਵਿੱਚ ਹੁੰਦੇ ਤਾਂ ਸਦਾ ਲੀਨ ਹੈ, ਬ੍ਰਹਮ ਰੂਪ ਹੁੰਦੇ ਆ। ਪਰ ਜਦੋਂ ਕਿਤੇ ਇੱਛਾ ਪੈਦਾ ਹੁੰਦੀ ਹੈ ਵੀ ਅਸੀਂ ਨਾਮ ਜਪੀਏ, ਉਦੋਂ ਸਾਧ ਸੰਗ ਜੀ ਫਿਰ ਪ੍ਰਭੂ ਪਰਮੇਸ਼ਰ ਨਾਮ ਦਾ ਪ੍ਰਚਾਰ ਕਰਨ ਵਾਸਤੇ, ਨਾਮ ਜਪਣ ਜਪਾਉਣ ਵਾਸਤੇ ਭਗਤ ਪ੍ਰਗਟਾਏ। ਭਗਤਾਂ ਨੂੰ ਸੰਸਾਰ ਵਿੱਚ ਪੈਦਾ ਕਰ ਦਿੰਦਾ ਹੈ। ਜਾਂ ਇਉਂ ਜਾਣੋ ਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦੇ ਸਿਮਰਨ ਕਰ ਕਰਕੇ ਸੰਸਾਰ ਵਿੱਚ ਭਗਤ ਜਿਹੜੇ ਉਹ ਪ੍ਰਗਟ ਹੋਏ ਹੈ, ਜਿਨ੍ਹਾਂ ਦੀ ਸ਼ੋਭਾ ਬਹੁਤ ਸੰਸਾਰ ਵਿੱਚ ਫੈਲੀ ਹੈ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਭਗਤ ਕਬੀਰ ਸਾਹਿਬ ਜੀ ਵਰਗੇ, ਬਾਬਾ ਨਾਮਦੇਵ ਜੀ ਵਰਗੇ ਤੋ
ਭਾਈ ਪੀਪਾ ਜੀ, ਇਸ ਤੋਂ ਇਲਾਵਾ ਬਾਬਾ ਸ਼ੇਖ ਫਰੀਦ ਸਾਹਿਬ ਜੀ, ਕਿੰਨੇ ਸਾਧ ਸੰਗਤ ਜੀ ਹੋਰ ਵੀ ਰੱਬ ਦੇ ਪਿਆਰੇ ਭਗਤ ਹੋਏ ਆ ਸੰਸਾਰ ਅੰਦਰ। ਉਂਝ ਉਹਨਾਂ ਨੂੰ ਕੌਣ ਜਾਣਦਾ ਸੀ। ਪੰਜ ਤੱਤਾਂ ਦਾ ਹੀ ਆਪਣਾ ਸਰੀਰ ਹੈ, ਪੰਜਾਂ ਤੱਤਾਂ ਦਾ ਹੀ ਉਹਨਾਂ ਭਗਤਾਂ ਦਾ ਸਰੀਰ ਸੀਗਾ ਜਾਂ ਹੁੰਦਾ ਹੈ। ਔਰ ਸਾਨੂੰ ਕੌਣ ਜਾਣਦਾ? ਪਿੰਡ ਵਿੱਚ ਕੋਈ ਜਾਣਦਾ ਹੋਵੇਗਾ, ਕੋਈ ਚਾਰ ਰਿਸ਼ਤੇਦਾਰ ਜਾਣਦੇ ਹੈ, ਵੱਧ ਤੋਂ ਵੱਧ ਸਾਧ ਸੰਗਤ ਦੀ ਪੰਜਾਬ ਦੀ ਧਰਤੀ 'ਤੇ ਕੋਈ 100-500 ਬੰਦਾ ਸਾਨੂੰ ਜਾਣਦਾ ਹੋਵੇਗਾ, ਹੋਰ ਸਾਨੂੰ ਜਾਣਦਾ ਕੋਈ ਨਹੀਂ। ਪਰ ਭਗਤ ਕਬੀਰ ਸਾਹਿਬ ਜੀ ਵਰਗੇ ਭਗਤਾਂ ਨੂੰ ਸਾਰਾ ਸੰਸਾਰ ਜਾਣਦਾ ਹੈ। ਸਾਰੇ ਸੰਸਾਰ ਵਿੱਚ ਪ੍ਰਗਟ ਪ੍ਰਸਿੱਧ ਹਨ। ਪ੍ਰਗਟ ਪ੍ਰਸਿੱਧ ਹਨ ਕਿਵੇਂ? ਹਰ ਸਿਮਰਨ, ਹਰੀ ਪਰਮੇਸ਼ਰ ਦੇ ਸਿਮਰਨ ਕਰਕੇ ਸਾਰੇ ਸੰਸਾਰ ਵਿੱਚ ਉਹਨਾਂ ਦੇ ਸਾਧ ਸੰਗਤ ਦੀ ਬਰਸੀਆਂ ਮਨਾਈਆਂ ਜਾਂਦੀਆਂ, ਉਹਨਾਂ ਦੇ ਦਿਉਰਿਆਂ 'ਤੇ ਮੇਲੇ ਲੱਗਦੇ ਵੱਡੇ ਵੱਡੇ ਭਗਤ ਕਬੀਰ ਸਾਹਿਬ ਜੀ ਵਰਗਿਆਂ ਦੇ, ਕਿਉਂਕਿ ਸਾਰੀ ਉਮਰ ਸਾਧ ਸੰਗਤ ਦੀ ਪਰਮੇਸ਼ਰ ਦੀ ਭਗਤੀ ਵਿੱਚ ਗੁਜ਼ਾਰਨਾ ਕੀਤੀ ਹੈ। ਅਸੀਂ ਸੰਸਾਰੀ ਲੋਕ ਸਰੀਰ ਪ੍ਰਾਪਤ ਕਰਕੇ ਪਰਮੇਸ਼ਰ ਪਾਸੋਂ ਤੇ ਕੇਵਲ ਮਾਇਆ ਨੂੰ ਸੰਚਣ ਵਾਸਤੇ ਹੀ ਇਹ ਸੰਚ ਕਰਕੇ ਸਰੀਰ ਦੀ ਪ੍ਰਾਪਤੀ ਦੀ ਜਿਹੜੀ ਮਨੋਰਥ ਕਹਿੰਦੇ ਅਸੀਂ ਪੂਰਾ ਹੋ ਗਿਆ ਸਾਡਾ, ਵੀ ਸ਼ਾਇਦ ਇੱਥੇ ਸੰਸਾਰ ਵਿੱਚ ਵਿਸ਼ੇ ਭੋਗਣ ਵਾਸਤੇ ਔਰ ਮਾਇਆ ਇਕੱਠੀ ਕਰਨ ਵਾਸਤੇ ਆਏ ਹਾਂ, ਇਹ ਅਸੀਂ ਲੋਕ ਸਮਝਦੇ ਹਾਂ। ਕਾਚਾ ਧਨ ਸੰਚੈ ਮੂਰਖ ਗਾਵਾਰਾ। ਪਰ ਜਿਹੜੇ ਭਗਤ ਹਨ ਉਹ ਸਾਧ ਸੰਗਤ ਜੀ ਸਰੀਰ ਨੂੰ ਮਾਇਆ ਇਕੱਠੀ ਕਰਨ ਵਾਸਤੇ ਮਿਲਿਆ ਹੋਇਆ ਨਹੀਂ ਜਾਣਦੇ। ਉਹ ਇਹ ਗੱਲ ਜਾਣਦੇ ਆ ਕਿ ਸੰਸਾਰ ਵਿੱਚ ਮਨੁੱਖਾ ਦੇਹੀ ਜਿਹੜੀ ਮਿਲੀ ਹੈ ਇਹ ਸਾਨੂੰ ਨਾਮ ਜਪਣ ਵਾਸਤੇ ਮਿਲੀ ਹੈ। ਜੇ ਹੁਣ ਇਹਦੇ ਵਿੱਚ ਨਾਮ ਨਾ ਜਪਿਆ ਤੇ 84 ਲੱਖ ਦਾ ਫਾਹਾ ਗਲ ਵਿੱਚ ਪਏਗਾ, ਤੇ 84 ਲੱਖ ਜੂਨੀ ਦੇ ਵਿੱਚ ਕੋਈ ਜੂਨੀ ਇਹੋ ਜਿਹੀ ਨਹੀਂ ਖਾਲਸਾ ਜੀ ਜਿਹੜੀ ਮਨੁੱਖ ਵਾਂਗੂ ਜਾਪ ਤਪ ਕਰਕੇ ਆਪਣਾ ਜੀਵਨ ਸਫਲਾ ਕਰ ਲਵੇ। ਤੋ ਮਹਾਰਾਜ ਕਹਿੰਦੇ ਜਿਹੜੇ ਭਗਤ ਹਨ ਉਹ ਪ੍ਰਗਟ ਕੀਤੇ ਹੈ ਜਾਂ ਪ੍ਰਗਟ ਹੋਏ ਹੈ, ਪ੍ਰਸਿੱਧ ਹੋਏ, ਉਹ ਹਰੀ ਸਿਮਰਨ ਕਰਕੇ ਹੋਏ ਹੈ। ਰਾਜਾ ਕੌਣ ਸੀ ਭਗਤ ਨਾਮਦੇਵ ਜੀ ਦੇ ਵੇਲੇ ਜਿਹਨੇ ਬਾਬਾ ਨਾਮਦੇਵ ਜੀ ਨੂੰ ਹਾਥੀ ਅੱਗੇ ਸੁੱਟਿਆ? ਇਹ ਗੱਲ ਕੋਈ ਨਹੀਂ ਜਾਣਦਾ ਵੀ ਉਸ ਸਮੇਂ ਰਾਜਾ ਕੌਣ ਸੀ। ਪਰ ਭਗਤ ਨਾਮਦੇਵ ਜੀ ਨੂੰ ਸਾਰੇ ਆਪਾਂ ਜਾਣਦੇ ਹਾਂ ਵੀ ਭਗਤ ਨਾਮਦੇਵ ਜੀ ਹੋਏ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਪਰਮੇਸ਼ਰ ਨੂੰ ਯਾਦ ਕੀਤਾ ਹੈ, ਉਹਨਾਂ ਪਰਮੇਸ਼ਰ ਨੂੰ ਪ੍ਰਾਪਤ ਵੀ ਕੀਤਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪ੍ਰਭੂ ਪਰਮੇਸ਼ਰ ਜੁਗਾਂ ਜੁਗਾਂ ਤੋਂ ਉਹਨਾਂ ਦੀ ਪੈਜ ਲਾਜ ਰੱਖਦਾ ਆਇਆ। ਮਹਾਰਾਸ਼ਟਰ ਵਿੱਚ ਜਾਈਏ, ਜਦੋਂ ਹਜ਼ੂਰ ਸਾਹਿਬ ਜਾਂਦੇ ਹਾਂ, ਉੱਥੇ ਸਾਧ ਸੰਗਤ ਜੀ ਨਾਮਦੇਵ ਜੀ ਦੇ ਦਿਉਰੇ ਵਾਲੇ ਪਾਸੇ ਉੱਥੋਂ ਜਿਹੜਾ ਵਾ 40 ਕੋਹ ਦੇ ਅੰਦਰ ਵਾਰ ਦੱਸਦੇ ਆ, ਉਹ ਪਾਵਨ ਪਵਿੱਤਰ ਬਾਬਾ ਨਾਮਦੇਵ ਜੀ ਦਾ ਦਿਉਰਾ ਬਣਿਆ ਹੋਇਆ। ਉੱਥੇ ਸਾਧ ਸੰਗਤ ਜੀ ਇੱਕ ਦੇਵਤੇ ਦਾ ਮੰਦਰ ਹੈ। ਭਾਰਤ ਦੇ ਵਿੱਚ 12 ਮੰਦਰ ਕੁੱਲ ਟੋਟਲ ਹਨ ਸੰਸਾਰ ਉੱਪਰ ਉਸ ਦੇਵਤੇ ਦੇ। ਤੋ ਭਗਤ ਨਾਮਦੇਵ ਜੀ ਜਦੋਂ ਉਸ ਮੰਦਰ ਵਿੱਚ ਗਏ ਹੈ ਆਪਦੇ ਸਮੇਂ, ਜਿਹੜੇ ਇਹ ਬ੍ਰਾਹਮਣ ਸਨ ਇਹ ਮੰਦਰਾਂ ਦੇ ਵਿੱਚ ਸ਼ੂਦਰ ਨੂੰ, ਨੀਵੀਂ ਜਾਤੀ ਵਾਲੇ ਨੂੰ ਵੜਨ ਨਹੀਂ ਸੀ ਦਿੰਦੇ। ਹੁਣ ਵੀ ਮੰਦਰਾਂ ਵਿੱਚ ਛੋਟੀ ਜਾਤ ਵਾਲੇ ਨੂੰ ਨਹੀਂ ਵੜਨ ਦਿੱਤਾ ਜਾਂਦਾ। ਭਗਤ ਨਾਮਦੇਵ ਜੀ ਪਰਮੇਸ਼ਰ ਦੀ ਬੰਦਗੀ ਵਾਲੇ ਸਨ। ਜਾ ਕੇ ਮੰਦਰ ਵਿੱਚ ਗਏ ਤੇ ਉੱਥੇ ਬੈਠ ਕੇ ਪਰਮੇਸ਼ਰ ਦਾ ਧਿਆਨ ਧਰਿਆ। ਇਹਨਾਂ ਨੂੰ ਪਾਂਡਾ ਜਿਹੜਾ ਬ੍ਰਾਹਮਣ ਆ ਗਿਆ, ਵੇਖਿਆ ਉਹਨੇ ਵੀ ਇਹ ਤਾਂ ਨੀਵੀਂ ਜਾਤ ਦਾ ਸ਼ੀਂਭਾ ਤੇ ਮੰਦਰ ਵਿੱਚ ਵੜਿਆ ਬੈਠਾ। ਇਹਨਾਂ ਬ੍ਰਾਹਮਣਾਂ ਬਾਂਹ ਫੜ ਕੇ ਤੇ ਭਗਤ ਨਾਮਦੇਵ ਜੀ ਨੂੰ ਬਾਹਰ ਕੱਢ ਦਿੱਤਾ। ਤੇ ਭਗਤ ਨਾਮਦੇਵ ਜੀ ਬੜੇ ਨਾਰਾਜ਼ ਹੋਏ ਵੀ ਕੀ ਪਰਮੇਸ਼ਰ ਤੂੰ ਇਕੱਲੇ ਬ੍ਰਾਹਮਣਾਂ ਦਾ ਹੈ,
ਜੇ ਬ੍ਰਾਹਮਣਾਂ ਦਾ ਹੈ ਤੇ ਫਿਰ ਸਾਨੂੰ ਕਿਉਂ ਪੈਦਾ ਕੀਤਾ? ਇੱਕ ਮਸਾਂ ਮਨੁੱਖਾ ਦੇਹੀ ਮਿਲੀ ਹੈ, ਤੇ ਜੇ ਨੀਵੀਂ ਜਾਤ ਵਿੱਚ ਜੰਮਣਾ ਪਾਪ ਹੈ ਤੇ ਕੀ ਫਿਰ ਤੂੰ ਸਾਨੂੰ ਮਿਲੇਗਾ ਨਹੀਂ ਨੀਵੀਂ ਜਾਤ ਵਾਲਿਆਂ ਨੂੰ? ਇਉਂ ਮਨ ਢਾਹ ਕਰਕੇ ਬੜਾ ਭਗਤ ਨਾਮਦੇਵ ਜੀ ਵੈਰਾਗੀ ਹੋਏ, ਨੇਤਰਾਂ 'ਚੋਂ ਜਲ ਕੇਰਦੇ ਹੋਏ, ਤੇ ਇਹ ਮੰਦਰ ਦੇ ਮਗਰਲੇ ਪਾਸੇ ਜਾ ਕੇ ਬੈਠ ਗਏ। ਉੱਥੇ ਬੈਠ ਕਰਕੇ ਪਰਮੇਸ਼ਰ ਨੂੰ ਅਰਾਧਿਆ। ਭਗਤਾਂ ਦਾ ਪ੍ਰੇਮ ਸਾਧ ਸੰਗਤ ਜੀ ਪਰਮੇਸ਼ਰ ਨਾਲ ਇਉਂ ਹੁੰਦਾ ਜਿਵੇਂ ਇੱਕ ਬਾਪ ਦਾ ਤੇ ਪੁੱਤਰ ਦਾ ਰਿਸ਼ਤਾ ਹੁੰਦਾ। ਪੁੱਤਰ ਨੂੰ ਆਪਦੇ ਪਿਤਾ ਤੋਂ ਕੋਈ ਵਸਤੂ ਨਾ ਮਿਲੇ, ਪੁੱਤਰ ਪਿਤਾ ਨੂੰ ਮਿਹਣੇ ਵੀ ਮਾਰ ਲੈਂਦਾ ਵੀ ਪਿਤਾ ਜੀ ਤੁਸੀਂ ਸਾਨੂੰ ਦਿੱਤਾ ਕੀ ਹੈ, ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ। ਇਸੇ ਤਰ੍ਹਾਂ ਭਗਤ ਨਾਮਦੇਵ ਜੀਆਂ ਦਾ ਰਿਸ਼ਤਾ ਪਰਮੇਸ਼ਰ ਨਾਲ ਪਿਤਾ ਪੁੱਤਰ ਦਾ। ਤੇ ਬਾਬਾ ਨਾਮਦੇਵ ਜੀ ਫਿਰ ਕਹਿਣ ਲੱਗੇ ਪਰਮੇਸ਼ਰ ਨੂੰ ਕਿ ਸ਼ੀਪੇ ਕੇ ਜਨਮ ਕਾਹੇ ਕਉ ਆਇਆ, ਵੀ ਪਰਮੇਸ਼ਰ ਸਾਨੂੰ ਤੂੰ ਨੀਵੀਂ ਜਾਤ ਸ਼ੀਂਬਾ ਬਰਾਦਰੀ ਵਿੱਚ ਕਿਉਂ ਪੈਦਾ ਕੀਤਾ? ਮੈਨੂੰ ਵੀ ਉੱਚੇ ਘਰ ਪੈਦਾ ਕਰਦਾ, ਮੈਂ ਵੀ ਬ੍ਰਾਹਮਣ ਹੁੰਦਾ ਤੇਰੀ ਪੂਜਾ ਕਰਦਾ। ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਇਹਨਾਂ ਉਠਾਇਆ, ਉਹਦੇ ਬਾਪ ਦਾ ਸਾਰਾ ਹੀ ਪ੍ਰਸੰਗ ਲਿਖਿਆ ਹੋਇਆ ਭਗਤ ਨਾਮਦੇਵ ਜੀਆਂ ਗੁਰਬਾਣੀ ਅੰਦਰ। ਲੈ ਕੇ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਦੇਹੁਰੇ ਦੇ ਪਿੱਛੇ ਜਾ ਕੇ ਬੈਠ ਗਏ ਭਗਤ ਨਾਮਦੇਵ ਜੀ। ਉੱਥੇ ਹਰੀ ਹਰੀ ਰਾਮ ਰਾਮ ਪਰਮੇਸ਼ਰ ਨੂੰ ਆਰਾਧਣ ਲੱਗੇ। ਤੇ ਸਾਧ ਸੰਗਤ ਜੀ ਪਰਮੇਸ਼ਰ ਨੇ ਐਸੀ ਕਲਾ ਖੇਡੀ, ਜਿੱਧਰ ਭਗਤ ਨਾਮਦੇਵ ਜੀ ਬੈਠੇ ਸੀ ਉਹ ਸਾਰਾ ਮੰਦਰ ਦਿਉਰਾ ਘੁਮਾ ਕੇ ਉਹਨਾਂ ਖੰਡ ਹੀ ਘੁਮਾ ਦਿੱਤਾ, ਤੇ ਮੰਦਰ ਦਾ ਮੂਰਤੀਆਂ ਨੇ ਮੂੰਹ ਬਾਬਾ ਨਾਮਦੇਵ ਜੀ ਵੱਲ ਕਰ ਲਿਆ। ਸਾਰੇ ਪਾਂਡੇ ਵੇਖ ਕੇ ਹੈਰਾਨ ਹੋਏ ਵੀ ਮੰਦਰ ਹੀ ਘੁੰਮ ਗਿਆ ਹੈ। ਪਰਮੇਸ਼ਰ ਨੇ ਮੁੱਖ ਸਾਧ ਸੰਗਤ ਜੀ ਆਪਣੇ ਮੰਦਰ ਦਾ ਬਾਬਾ ਨਾਮਦੇਵ ਜੀ ਵੱਲ ਕੀਤਾ। ਤੋ ਬਾਬਾ ਨਾਮਦੇਵ ਜੀ ਨੂੰ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੋਏ। ਇਹਨਾਂ ਪਾਂਡਿਆਂ ਦਾ ਹੰਕਾਰ ਟੁੱਟਾ। ਸਾਰੇ ਸੰਸਾਰ ਦੇ ਵਿੱਚ ਬਾਬਾ ਨਾਮਦੇਵ ਜੀ ਦੀ ਜੈ ਜੈਕਾਰ ਹੋਈ। ਹੁਣ ਤੀਕਰ ਵੀ ਜਿੱਥੇ ਉਹ ਮੰਦਰ ਵਿੱਚ ਕੋਈ ਜਾਂਦਾ ਹੈ, ਨਾਲ ਬਾਬਾ ਨਾਮਦੇਵ ਜੀ ਦਾ ਮੰਦਰ ਬਣਿਆ, ਤੇ ਉੱਥੇ ਸਾਫ਼ ਹੀ ਦਿਸਦਾ ਵੀ ਉਹ ਮੰਦਰ ਘੁੰਮ ਕੇ ਤੇ ਪਿਛਲੇ ਪਾਸੇ ਨੂੰ ਉਹਦਾ ਮੇਨ ਦਰਵਾਜ਼ਾ ਆਇਆ ਹੋਇਆ। ਇਸ ਤਰ੍ਹਾਂ ਸਾਧ ਸੰਗਤ ਜੀ ਨਾਮ ਵਿੱਚ ਇੰਨੀ ਬਲ ਤਾਕਤ ਹੈ। ਭਗਤ ਨਾਮਦੇਵ ਜੀ ਨੂੰ ਕੌਣ ਜਾਣਦਾ ਸੀ? ਹੁਣ ਸਾਰੇ ਜਾਣਦੇ ਆ। ਜਾਣਦੇ ਕਿਉਂ ਹਨ? ਕਿਉਂਕਿ ਹਰ ਸਿਮਰਨ ਕਰ ਭਗਤ ਪ੍ਰਗਟਾਏ। ਹਰੀ ਦਾ ਸਿਮਰਨ ਕਰ ਕਰਕੇ ਭਗਤ ਸੰਸਾਰ ਵਿੱਚ ਪ੍ਰਸਿੱਧ ਹੋ ਗਏ ਹਨ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਸਾਰੇ ਪਾਸੇ ਉਹਨਾਂ ਦੀ ਸੋਭਾ ਵਡਿਆਈ ਹੋਈ ਹੈ। ਇਉਂ ਮਹਾਰਾਜ ਕਿਰਪਾ ਕਰਦੇ ਕਿ ਹਰੀ ਦੇ ਸਿਮਰਨ ਕਰਨ ਕਰਕੇ ਹਰੀ ਨੇ ਭਗਤਾਂ ਨੂੰ ਪੈਦਾ ਕੀਤਾ, ਜਾਂ ਹਰੀ ਪਰਮੇਸ਼ਰ ਦੇ ਜਿਹੜੇ ਸਿਮਰਨ ਕਰਕੇ ਭਗਤਾਂ ਦੀ ਬਹੁਤ ਪ੍ਰਸਿੱਧੀ ਲੋਕ ਪਰਲੋਕ ਵਿੱਚ ਪ੍ਰਗਟ ਹੋਏ ਹਨ। ਹਰ ਸਿਮਰਨ ਲਗ ਬੇਦ ਉਪਾਏ। ਹਰੀ ਦੇ ਸਿਮਰਨ ਵਿੱਚ ਲੱਗ ਕੇ ਸਾਧ ਸੰਗੀ ਬ੍ਰਹਮੇ ਵਰਗੇ ਦੇਵਤਿਆਂ ਆਦਿ ਦੇਵ ਨੇ ਵੇਦ ਪੈਦਾ ਕੀਤੇ। 4 ਵੇਦ ਹਨ ਜਿਨ੍ਹਾਂ ਦੀ 1 ਲੱਖ ਸੁਰਤੀ ਮੰਨੀ ਗਈ ਹੈ। ਮਹਾਰਾਜ ਕਹਿੰਦੇ ਬ੍ਰਹਮਾ ਕੌਣ ਸੀ ਜਿਹੜਾ ਵੇਦ ਉਚਾਰ ਲੈਂਦਾ? ਵੇਦ ਪਰਮੇਸ਼ਰ ਦੀ ਦਇਆ ਨਾਲ ਬ੍ਰਹਮੇ ਨੇ ਉਚਾਰੇ ਆ। ਹਰੀ ਪਰਮੇਸ਼ਰ ਪ੍ਰਭੂ ਦੀ ਸਿਮਰਨ ਵਿੱਚ ਲੱਗਿਆ ਤੇ ਪਰਮੇਸ਼ਰ ਵੱਲੋਂ ਹੁਕਮ ਹੋਇਆ ਤੇ ਇਹਨੇ ਵੇਦ ਉਚਾਰੇ ਆ। ਹੋਰ ਬ੍ਰਹਮੇ ਵਿੱਚ ਆਪਣੀ ਕੋਈ ਸ਼ਕਤੀ ਨਹੀਂ ਸੀ ਜਿਹੜਾ ਵੇਦ ਉਚਾਰ ਸਕਦਾ। ਇਹ ਤਾਂ ਪ੍ਰਭੂ ਪਰਮੇਸ਼ਰ ਦੇ ਸਿਮਰਨ ਵਿੱਚ ਲੱਗਣ ਕਰਕੇ ਉਹ ਨਾਮ ਦੀ ਬਰਕਤ ਹੈ। ਐਡਾ ਮਹਾਨ ਕਾਰਜ ਕੀਤਾ ਹੈ। ਹਰ ਸਿਮਰਨ ਭਏ ਸਿਰਧ ਜਤੀ ਦਾਤੇ। ਹਰੀ ਦੇ ਸਿਮਰਨ ਕਰਕੇ ਸਾਧ ਸੰਗਤ ਜੀ ਜਿਹੜੇ ਵੱਡੇ ਵੱਡੇ ਜਤੀ ਹੋਏ ਆ, ਉਹ ਜਤੀ ਜਿਹਨੇ ਪੈਦਾ ਹੋਏ ਆ, ਜਤੀ ਕਿਹਨੇ ਬਣਾਏ? ਜਤੀ ਕਹਿੰਦੇ ਸਾਧ ਸੰਗਤ ਜੀ ਜਿਹੜਾ ਮਨ ਦੀ ਵਾਸ਼ਨਾ ਨੂੰ ਕਾਬੂ ਕਰਕੇ ਕਾਮ ਨੂੰ ਸੰਗਲ ਪਾਉਂਦਾ, ਆਪਦੇ ਜਾਤ ਵਿੱਚ ਪੱਕਾ ਰਹਿੰਦਾ। ਜਿਹੜੇ ਜਤੀ ਹਨ
ਉਹ ਪੈਦਾ ਕਿੰਨੇ ਕੀਤੇ ਆ। ਨਾਮ ਵਿੱਚੋਂ ਹੀ ਖਾਲਸਾ ਜੀ ਜਾਤ ਮਿਲਦਾ। ਤੁਹਾਨੂੰ ਹੋਰ ਕੋਈ ਨਹੀਂ ਦੱਸੇਗਾ ਵੀ ਜਾਤ ਕੋਈ ਧਰਮ ਆ। ਸੰਸਾਰੀ ਵਿੱਦਿਆ ਜਿੰਨੀ ਮਰਜ਼ੀ ਪੜ੍ਹ ਲਓ, ਕਿੰਨੇ ਕਾਲਜ ਕਿੰਨੀਆਂ ਯੂਨੀਵਰਸਿਟੀਆਂ ਬਣੀਆਂ, ਤੁਹਾਨੂੰ ਕੋਈ ਨਹੀਂ ਆਖੇਗਾ ਕਿ ਕਾਮ ਮਾੜਾ ਹੈ। ਸਰੀਰ ਨੂੰ ਸਜ਼ਾ ਦਿੰਦੇ ਆ ਜਦੋਂ ਕੋਈ ਮਨ ਦੀ ਵਾਸ਼ਨਾ ਪਿੱਛੇ ਲੱਗ ਕੇ ਕੋਈ ਸਾਧ ਸੰਗੀ ਸਮਾਜ ਦੀ ਮਰਿਆਦਾ ਵਿਗਾੜਦਾ ਹੈ। ਉਦੋਂ ਅਦਾਲਤਾਂ ਬਣੀਆਂ ਹਨ, ਕੋਈ ਪੁਲਿਸ ਆਦਿ ਕੋਈ ਪ੍ਰਸ਼ਾਸਨ ਬਣਿਆ, ਉਹ ਸਜ਼ਾ ਸਰੀਰ ਨੂੰ ਦਿੰਦੇ ਆ ਅਤੇ ਬਾਹਰ ਆ ਕੇ ਫਿਰ ਉਹੀ ਕੰਮ ਕਰਦਾ। ਸਰੀਰ ਨੂੰ ਕੁੱਟਿਆਂ ਮਾਰਿਆਂ ਸਰੀਰ ਸੁਧਰ ਜਾਵੇਗਾ, ਪਰ ਸਰੀਰ ਵਿਚਾਰਾਂ ਦਾ ਸਾਧ ਸੰਗ ਜੀ ਇੰਦਰੇ ਤਾਂ ਘੋੜੇ ਹੈ। ਇਹਨੂੰ ਚਲਾਉਂਦਾ ਮਨ ਹੈ। ਇੰਦਰੇ ਜਿਹੜੇ ਆ ਅੱਖਾਂ, ਕੰਨ, ਨੱਕ, ਰਸਨਾ, ਹੱਥ, ਪੈਰ, ਇਹ ਤਾਂ ਘੋੜੇ ਹੈ। ਇਹਨਾਂ ਨੂੰ ਚਲਾਉਣ ਵਾਲਾ ਤਾਂ ਹੋਰ ਹੈ, ਉਹ ਮਨ ਹੈ। ਮਨ ਰਥਵਾਹੀ ਹੈ। ਔਰ ਸਰੀਰ ਨੂੰ ਕੁੱਟਿਆਂ ਮਾਰਿਆਂ ਮਨ ਸੁਧਰਦਾ ਹੋਵੇ ਸਾਧ ਸੰਗ ਜੀ, ਫਿਰ ਹੁਣ ਤੀਕਰ ਸਾਰੇ ਬ੍ਰਹਮ ਗਿਆਨੀ ਹੁੰਦੇ। ਮਨ ਜਿਹੜਾ ਹੈ ਉਹਨੂੰ ਜੇ ਸੁਧਾਰ ਲਿਆ ਤੇ ਸਰੀਰ ਦਾ ਸਾਧ ਸੰਗਤ ਦੀ ਕਿਰਿਆ ਆਪ ਹੀ ਸੁੱਧ ਹੋ ਜਾਂਦੀ, ਕਿਉਂਕਿ ਸਰੀਰ ਨੇ ਮਨ ਦੇ ਇਸ਼ਾਰੇ ਨਾਲ ਹੀ ਸਾਰਾ ਕੁਝ ਕਰਨਾ। ਔਰ ਜਿਨ੍ਹਾਂ ਨੇ ਨਾਮ ਜਪ ਕਿਉਂਕਿ ਮਨ ਕਿਵੇਂ ਸੁਧਰੇਗਾ, ਮਨ ਸੂਤ ਆਉਂਦਾ ਨਾਮ ਕਰਕੇ। ਤੋ ਜਿੰਨੀਆਂ ਮਰਜ਼ੀ ਆਪ ਸੰਸਾਰੀ ਵਿੱਦਿਆ ਪੜ੍ਹੋ, ਕਿੱਡੇ ਕਿੱਡੇ ਕਾਲਜ ਹਨ, ਯੂਨੀਵਰਸਿਟੀਆਂ ਹਨ, ਤੁਹਾਨੂੰ ਕਿਤੇ ਵੀ ਕੋਈ ਨਹੀਂ ਦੱਸੇਗਾ ਵੀ ਕਾਮ ਮਾੜਾ ਹੈ, ਕ੍ਰੋਧ ਕਰਨਾ ਮਾੜਾ ਹੈ, ਲਾਲਚ ਮਾੜਾ ਹੈ। ਉਹ ਸਾਰੇ ਸਾਧ ਸੰਗੀ ਤੁਹਾਨੂੰ ਤਰੀਕੇ ਦੱਸਣਗੇ, ਇਸ ਤਰੀਕੇ ਤੋਂ ਇਸ ਤਰ੍ਹਾਂ ਬਚਣਾ ਹੈ, ਆਹ ਹਿਸਾਬ ਕਿਤਾਬ ਤੋਂ ਇਸ ਤਰ੍ਹਾਂ ਬਚਣਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਬਾ ਕਲਿਆਣ ਚੰਦ ਜੀਆਂ ਵੇਖਿਆ ਵੀ ਸਾਡੇ ਪੁੱਤਰ ਹੁਣ ਪੜ੍ਹਨ ਯੋਗ ਹੋ ਗਏ, 5-6 ਵਰ੍ਹਿਆਂ ਦੇ ਹੋ ਚੱਲੇ ਆ, ਇਹਨਾਂ ਨੂੰ ਪੜ੍ਹਾਉਣਾ ਚਾਹੀਏ। ਪੜ੍ਹਾਉਣ ਵਾਸਤੇ ਬਾਬਾ ਮਹਿਤਾ ਕਲਿਆਣ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਨਗਰ ਇੱਥੇ ਤਲਵੰਡੀ ਵਿੱਚ ਹੀ ਗੋਪਾਲ ਪਾਂਧਾ ਰਹਿੰਦਾ ਸੀ। ਪਹਿਲਾਂ ਪਾਂਧੇ ਪੜ੍ਹਾਇਆ ਕਰਦੇ ਸੀ, ਸੰਸਕ੍ਰਿਤ ਅਤੇ ਮੁੱਲਾਂ ਫਾਰਸੀ ਉਰਦੂ ਪੜ੍ਹਾਉਂਦੇ ਸੀ ਮਦਰਸਿਆਂ ਵਿੱਚ। ਇਹ ਪਾਠਸ਼ਾਲਾ ਵਿੱਚ ਪਾਂਧੇ ਪਾਸ ਬਾਬਾ ਕਾਲੂ ਜੀ ਛੱਡ ਕੇ ਆਏ ਆ ਗੁਰੂ ਨਾਨਕ ਪਾਤਸ਼ਾਹ ਨੂੰ। ਪਹਿਲੇ ਦਿਨ ਤਾਂ ਮਹਾਰਾਜ ਠੀਕ ਪੜ੍ਹੇ ਹੈ, ਦੂਜੇ ਦਿਨ ਮਹਾਰਾਜ ਪੜ੍ਹੇ ਨਾ, ਅਤੇ ਉਹ ਗੋਪਾਲ ਪਾਂਧੇ ਨੇ ਡੰਡਾ ਵਿਖਾਇਆ, ਕਹਿੰਦਾ ਬਾਲਕ ਖੇਡਣ ਵਾਲੀ ਮੱਤ ਤਿਆਗ ਦੇ, ਨਹੀਂ ਤਾਂ ਡੰਡਾ ਮਾਰਾਂਗਾ। ਪੜ੍ਹਦਾ ਕਿਉਂ ਨਹੀਂ? ਗੁਰੂ ਨਾਨਕ ਪਾਤਸ਼ਾਹ ਜੀਆਂ ਦੀ 5-6 ਵਰ੍ਹਿਆਂ ਦੀ ਉਮਰ ਸੀ ਉਦੋਂ। ਅਤੇ ਮਹਾਰਾਜ ਕਹਿੰਦੇ ਗੋਪਾਲ ਤੂੰ ਕੀ ਪੜ੍ਹਿਆ ਜਿਹੜਾ ਮੈਨੂੰ ਪੜ੍ਹਾਵੇਂਗਾ? ਉਹ ਪਾਂਧਾ ਕਹਿੰਦਾ ਜੀ ਮੈਂ ਸਾਰਾ ਕੁਝ ਪੜ੍ਹਿਆ। ਇਹ ਬਾਲਕ ਤੂੰ ਮੈਨੂੰ ਪੁੱਛਦਾ ਕੀ ਪੜ੍ਹਿਆ? ਮੈਂ 1 ਦਾ ਪਹਾੜਾ ਜਾਣਦਾ, 1.5 ਦਾ ਪਹਾੜਾ ਜਾਣਦਾ, 2 ਦਾ, 2.5 ਦਾ, 3 ਦਾ, 3.5 ਦਾ। ਆ ਜਿਹੜੀ ਮਰਲਿਆਂ ਵਿੱਚ ਜ਼ਮੀਨ ਗਿਣੀ ਜਾਂਦੀ ਮੈਨੂੰ ਸਾਰੀ ਆਉਂਦੀ। ਜਿਹੜਾ ਤੇਰੇ ਪਿਓ ਦਾ ਕੰਮ ਹੈ ਨਾ, ਪਿਤਾ ਤੇਰੇ ਦਾ, ਉਹ ਸਾਰਾ ਹੀ ਮੈਨੂੰ ਆਉਂਦਾ। ਜ਼ਮੀਨ ਗਿਣਨੀ ਆ, ਕਰਮਾਂ ਮਾਰਨੀਆਂ, ਮੈਨੂੰ ਸਾਰੀ ਗਿਣਤੀ ਆਉਂਦੀ। ਤੂੰ ਪੁੱਛਦਾ ਵੀ ਪੜ੍ਹਿਆ ਕੀ ਹੈ? ਮਹਾਰਾਜ ਕਹਿੰਦੇ ਪਾਂਧੇ ਇਹ ਜਿਹੜਾ ਤੂੰ ਪੜ੍ਹਿਆ ਹੋਇਆ ਨਾ, ਇਹਦੇ ਨਾਲ ਤਾਂ ਗਲ ਵਿੱਚ ਫਾਹੇ ਪੈਂਦੇ ਆ। ਸੰਸਾਰ ਵਿੱਚ ਰੁੱਝੀ ਦਾ, ਮਾਇਆ ਜੋੜਨ ਦੇ ਤਰੀਕੇ ਬਣੇ ਹੋਏ ਆ। ਇਹੋ ਜਿਹੀ ਸਾਨੂੰ ਕੋਈ ਵਿੱਦਿਆ ਪੜ੍ਹਾ ਜਿਹਦੇ ਨਾਲ ਪਰਲੋਕ ਵਿੱਚ ਛੁੱਟ ਜਾਈਏ, ਅੱਗੇ ਸਾਡਾ ਲੇਖਾ ਨਾ ਹੋਵੇ। ਜੇ ਸਾਨੂੰ ਪੜ੍ਹਾਉਣਾ ਹੈ ਤਾਂ ਇਹੋ ਜਿਹੀ ਕੋਈ ਵਿੱਦਿਆ ਪੜ੍ਹਾ ਜਿਹਦੇ ਨਾਲ ਜਮਾਂ ਤੋਂ ਛੁੱਟ ਜਾਈਦਾ ਹੈ। ਹੁਣ ਗੋਪਾਲ ਪਾਂਧਾ ਸਾਧ ਸੰਗ ਜੀ ਆ ਸੰਸਾਰੀ ਵਿੱਦਿਆ ਬੜੀ ਪੜ੍ਹਿਆ, ਚੁੱਪ ਹੋ ਗਿਆ, ਕਿਉਂਕਿ ਪਤਾ ਨਹੀਂ ਵੀ ਕਿਹੜੇ ਪੜ੍ਹਾਈ ਪੜ੍ਹਿਆ ਪਰਮੇਸ਼ਰ ਦੀ ਦਰਗਾਹ ਵਿੱਚ ਮੁੱਖ ਉਜਲਾ ਹੁੰਦਾ। ਪਾਂਧੇ ਨੂੰ ਨਹੀਂ ਕੁਝ ਪਤਾ। ਹੱਥ ਜੋੜ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨੀ ਪੈ ਗਿਆ। ਕਹਿੰਦਾ ਇਹ ਬੱਚੇ ਬਾਲਕ ਮੈਂ ਤੋਂ ਭੁੱਲ ਹੋ ਗਈ, ਤੁਸੀਂ ਪਰਮੇਸ਼ਰ ਸਰੂਪ ਹੋ, ਮੈਨੂੰ ਦੱਸੋ ਮੈਂ ਕੀ ਕਰ ਸਕਦਾ? ਮੈਂ ਤੁਹਾਨੂੰ ਕੀ ਪੜ੍ਹਾਉਣਾ, ਤੁਸੀਂ ਮੈਨੂੰ ਦੱਸੋ ਵੀ ਇਹੋ ਜਿਹਾ ਕਿਹੜਾ ਪਹਾੜਾ ਹੈ, ਇਹੋ ਜਿਹੀ ਕਿਹੜੀ ਪੜ੍ਹਾਈ ਹੈ
ਜਿਹਦੇ ਨਾਲ ਪਰਲੋਕ ਵਿੱਚ ਜਮਾਂ ਦੇ ਸੰਗਲ ਨਾ ਪੈਣ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਾਂਦੇ ਉਹ ਨਾਮ ਹੈ, ਵਾਹਿਗੁਰੂ 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 ਵਾਹਿਗੁਰੂ। ਇਹ ਨਾਮ ਹੈ ਜਿਹਦੇ ਨਾਲ ਪਰਲੋਕ ਵਿੱਚ ਗਲ ਵਿੱਚ ਸੰਗਲ ਨਹੀਂ ਪੈਂਦੇ। ਤੋ ਸਾਧ ਸੰਗਤ ਜੀ, ਇਹ ਸੰਸਾਰੀ ਵਿਦਿਆ ਕੀ ਜਾਣੀ ਜਾਤ ਕੀ ਹੁੰਦਾ, ਫਿਰ ਜਾਤ ਕੀ ਹੁੰਦਾ ਉਹ ਤਾਂ ਗੁਰਬਾਣੀ ਦੱਸ ਸਕਦੀ ਹੈ। ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਹ ਸਾਧ ਸੰਗਤ ਜੀ ਗੁਰਬਾਣੀ ਦੱਸ ਸਕਦੀ, ਹੋਰ ਨਹੀਂ ਕੋਈ ਦੱਸਦਾ, ਧਰਮ ਸ਼ਾਸਤਰ ਦੱਸਦੇ ਆ। ਤੋ ਜਿੰਨੇ ਜਤੀ ਹੋਏ, ਜਤੀ ਕਿਵੇਂ ਬਣੇ ਆ, ਉਹ ਨਾਮ ਕਰਕੇ ਤੇ ਹਰੀ ਦੇ ਸਿਮਰਨ ਕਰਕੇ ਹੀ ਖਾਲਸਾ ਜੀ ਜਤੀ ਪੈਦਾ ਹੋਏ ਹਨ। ਔਰ ਹਰੀ ਦੇ ਸਿਮਰਨ ਕਰਕੇ ਹੀ ਸਾਧ ਸੰਗਤ ਜੀ ਸਿੱਧ ਪੈਦਾ ਹੋਏ ਹੈ। ਜੇ ਕਿਸੇ ਪਾਸ ਸਿੱਧੀਆਂ, ਉਹ ਹਰੀ ਪਰਮੇਸ਼ਰ ਦੇ ਸਿਮਰਨ ਵਿੱਚੋਂ ਪ੍ਰਾਪਤ ਹੋਈਆਂ। ਤੇ ਇੱਕ ਦਾਤੇ, ਦਾਤੇ ਕੌਣ? ਦਾਨੀ। ਦਾਨ ਕਰਨ ਵਾਲੇ ਜਿਹੜੇ ਪੈਦਾ ਹੋਏ, ਉਹ ਕਿੱਥੋਂ ਪੈਦਾ ਹੋਏ? ਉਹ ਨਾਮ ਨੇ ਸਾਧ ਸੰਗਤ ਜੀ ਦਾਨੀ ਬਣਾਇਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗਏ ਸੀ, ਜਦੋਂ ਸੱਚੇ ਪਾਤਸ਼ਾਹ ਜੀ 18 ਟਾਪੂਆਂ ਤੇ ਗਏ ਆ, ਉਦਾਸੀਆਂ ਕਰਦੇ ਕਰਦੇ ਮਹਾਰਾਜ ਜੀ ਇੱਕ ਜਗ੍ਹਾ ਗਏ ਜਿੱਥੇ ਮਹਾਰਾਜ ਦੇ ਦਰਸ਼ਨ ਕਰਨ ਇੱਕ ਤਰਖਾਣ ਦਾ ਪੁੱਤਰ ਚੰਡਾ ਆਇਆ। ਉਹਦਾ ਪੂਰਾ ਨਾਮ ਚੰਡਾ ਬਾਢੀ ਆਉਂਦਾ, ਔਰ ਉਹ ਚੰਡਾ ਬਾਢੀ ਨਾਮ ਹੈ ਜਿਹੜਾ ਗੁਰਸਿੱਖ ਹੈ। ਉਹ ਸਾਧ ਸੰਗਤ ਜੀ ਪਹਿਲਾਂ ਤਾਂ ਗੁਰਸਿੱਖ ਚਾਹੇ ਨਹੀਂ ਸੀ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਇਆ। ਪਤਾ ਲੱਗਿਆ ਵੀ ਸਾਡੇ ਪਿੰਡ ਦੇ ਬਾਹਰ ਕੋਈ ਬੜਾ ਕਾਮਲ ਫਕੀਰ ਆਇਆ ਹੋਇਆ। ਆ ਕਰਕੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਬੜੇ ਤਪ ਕਰਦਾ, ਸਮਾਧੀਆਂ ਵੀ ਬੜੀਆਂ ਲਾਉਣਾ, ਸੁਰਤੀ ਵੀ ਟਿਕਾਉਂਦਾ ਹਾਂ। ਸੱਚੇ ਪਾਤਸ਼ਾਹ ਜੀ ਮੈਂ ਬੜੇ ਪ੍ਰਕਾਰ ਦੇ ਯਤਨ ਕਰਦਾ ਪਰਮੇਸ਼ਰ ਦੀ ਪ੍ਰਾਪਤੀ ਦੇ, ਮੈਂ ਦਾਨ ਵੀ ਕਰਦਾ ਬੜਾ, ਪਰ ਮਹਾਰਾਜ ਜੀ ਆਨੰਦ ਨਹੀਂ ਪ੍ਰਾਪਤ ਹੁੰਦਾ। ਇਹਨਾਂ ਦਾਨ ਦਾ, ਜਪਾਂ ਤਪਾਂ ਦਾ ਮੈਨੂੰ ਫਲ ਕਿਉਂ ਨਹੀਂ ਮਿਲਦਾ? ਮਹਾਰਾਜ ਕਹਿੰਦੇ ਨਾਮ ਜਪਦਾ ਹੈ। ਇਹ ਚੰਡੇ ਬਾਢੀ ਕਹਿੰਦਾ ਮਹਾਰਾਜ ਨਾਮ ਤਾਂ ਨਹੀਂ ਜਪਦਾ, ਉਸ ਤਰ੍ਹਾਂ ਮੈਂ ਜਪ ਤਪ ਬੜੇ ਕਰਦਾ। ਗੁਰੂ ਗਰੀਬ ਨਿਵਾਜ ਕਹਿੰਦੇ 0 ਲਿਖ। ਉਹਨੇ 0 ਲਿਖੀ। ਮਹਾਰਾਜ ਕਹਿੰਦੇ ਚੰਡੇ ਆ ਤੇਰਾ ਜਾਪ ਹੈ। ਫਿਰ ਉਹਨੂੰ ਮਹਾਰਾਜ ਕਹਿੰਦੇ ਇੱਕ ਹੋਰ 0 ਲਿਖ ਧਰਤੀ ਤੇ 0 ਲਿਖ। ਉਹਨੇ ਇੱਕ ਹੋਰ 0 ਲਿਖੀ। ਮਹਾਰਾਜ ਕਹਿੰਦੇ ਤੇਰਾ ਤਾਪ ਹੈ। ਇਸ ਤਰ੍ਹਾਂ ਮਹਾਰਾਜ 0 ਲਿਖਾਈ ਗਏ। ਆ ਤੇਰਾ ਦਾਨ ਹੈ, ਆ ਤੇਰਾ ਜਾਪ ਹੈ, ਤੇਰਾ ਤਾਪ ਹੈ, ਆ ਤੇਰਾ ਸਾਤ ਹੈ, ਆ ਜਾਤ ਹੈ, ਆ ਤੇਰਾ ਸੰਤੋਖ। 0 ਹੀ 0 ਹੋ ਗਈਆਂ। ਮਹਾਰਾਜ ਕਹਿੰਦੇ ਗਿਣਤੀ ਦੱਸ ਇਹਦੀ ਕੀ ਹੈ? ਚੰਡਾ ਬਾਢੀ ਕਹਿੰਦਾ ਮਹਾਰਾਜ ਇਹਦੀ ਗਿਣਤੀ ਕੀ ਕਰੀਏ, 0 ਦੀ ਕੋਈ ਗਿਣਤੀ ਹੈ ਹੀ ਨਹੀਂ। ਮਹਾਰਾਜ ਕਹਿੰਦੇ ਹੁਣ ਇਹਦੇ ਅੱਗੇ 1 ਲਿਖ। ਝੰਡੇ ਬਾਢੀ ਨੇ 1 ਲਿਖਿਆ। ਮਹਾਰਾਜ ਕਹਿੰਦੇ ਹੁਣ ਗਿਣ। ਕਹਿੰਦਾ ਮਹਾਰਾਜ 10 ਲੱਖ ਬਣਦਾ। ਤੇ ਮਹਾਰਾਜ ਕਹਿੰਦੇ ਇਕੱਲਾ 1 ਲਾਉਣ ਨਾਲ 10 ਲੱਖ ਬਣਿਆ। ਪਹਿਲਾਂ 0 ਉਹਦੀ ਗਿਣਤੀ ਤੂੰ ਕਹਿੰਦਾ ਕੋਈ ਨਹੀਂ। ਤੇ ਜਿਹੜਾ 1 ਇਹ ਜਾਣ ਲੈ ਨਾਮ ਹੈ। ਜਿੰਨਾ ਸਮਾਂ ਜਪ ਤਪ ਕਰੋ, ਸੱਤ ਰੱਖੋ, ਸੰਤੋਖ, ਜਿੰਨੇ ਮਰਜ਼ੀ ਸ਼ੁਭ ਗੁਣ ਧਾਰਨ ਕਰੋ, ਇਹ 0 ਵਰਗੇ ਫਲ ਨਹੀਂ ਦਿੰਦੇ। ਤੇ 0 ਅੱਗੇ ਜਦੋਂ 1 ਲੱਗ ਜਾਂਦਾ ਹੈ, ਫਿਰ ਉਹੀ 0 ਦਾ ਵੀ ਮੁੱਲ ਪੈਂਦਾ। ਜਿੰਨੇ ਕੀਤੇ ਹੋਏ ਜਪ ਤਪ ਹਨ, ਜਾਤ ਸਤ ਹਨ, ਸਾਧ ਸੰਗਤ ਜੀ ਸਫਲੇ ਫੇਰ ਆ ਜੇ ਉਹ ਸਾਰੇ ਕਰਕੇ ਨਾਮ ਜਪਦੇ ਆ। ਤਾਂ ਜੇ ਕੋਈ ਦਾਨ ਕਰੇ ਤੇ ਦਾਨ ਕਰਦਾ ਪਰ ਨਾਮ ਨਹੀਂ ਜਪਦਾ, ਉਹਦਾ ਦਾਨ ਫਲੀਭੂਤ ਨਹੀਂ ਹੁੰਦਾ। ਕਿਉਂਕਿ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਮ ਤੋਂ ਬਿਨਾਂ ਦਾਨੀ ਨੂੰ ਹੰਕਾਰ ਆ ਜਾਂਦਾ। ਮੈਂ ਦਾਨ ਕੀਤਾ, ਮੈਂ ਆ ਵਸਤੂ ਦਿੱਤੀ ਹੈ, ਮੈਂ ਬੜਾ ਵੱਡਾ ਦਾਨੀ ਹਾਂ। ਦਾਨ ਨਿਮਰਤਾ ਨਹੀਂ ਨਾ ਸਿਖਾਉਂਦਾ, ਨਿਮਰਤਾ ਨਾਮ ਨੇ ਸਿਖਾਉਣੀ। ਤੋ ਦਾਨ ਕਰਕੇ ਨਾਲ ਨਾਮ ਜਪਣ। ਇਹ ਦਾਨੀ ਜਿੰਨੇ ਪੈਦਾ ਹੋਏ ਹੈ, ਉਹ ਸਾਰੇ ਕਿੱਥੋਂ ਪੈਦਾ ਹੋਏ? ਮਹਾਰਾਜ ਕਹਿੰਦੇ ਭਾਈ ਸਾਰੇ ਹਰ ਸਿਮਰਨ ਪਏ ਸਿੱਧ ਜਤੀ ਦਾਤੇ। ਸਿੱਧੀਆਂ ਵਾਲੇ ਸਿੱਧ, ਵੱਡੇ ਵੱਡੇ ਜਤੀ, ਸਮ ਅਵਸਥਾ ਵਾਲੇ, ਤੇ ਜਿਹੜੇ ਦਾਤੇ ਦਾਨੀ ਹਨ,
ਇਹ ਸਾਰੇ ਹਰ ਸਿਮਰਨ ਹਰੀ ਪਰਮੇਸ਼ਰ ਦੇ ਸਿਮਰਨ ਕਰਕੇ ਹੀ ਦਾਤੇ ਦਾਨੀ ਹਨ, ਜਤੀ ਹਨ, ਸਤੀ ਸਿੱਧ ਹਨ। ਹਰ ਸਿਮਰਨ ਨੀਚ ਚਹ ਕੁੰਟ ਜਾਤੇ। ਤੇ ਜਿਹੜੇ ਨੀਚ ਜਾਤੀ ਦੇ ਸਨ, ਜਿਨ੍ਹਾਂ ਦੀ ਜਾਤ ਬੜੀ ਨੀਵੀਂ ਸੀ, ਉਹ ਚਾਰੇ ਕੁੰਡਾਂ ਕਹੀਏ, ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ, ਚਾਰੇ ਦਿਸ਼ਾ ਵਿੱਚ ਜਾਣੇ ਜਾਂਦੇ ਅੱਜ ਨੀਵੀਂ ਜਾਤ ਵਾਲੇ। ਕਾਦੇ ਕਰਕੇ? ਹਰ ਸਿਮਰਨ ਹਰੀ ਸਿਮਰਨ ਦੇ ਕਰਕੇ ਹੀ ਜਿਹੜੇ ਨੀਚ ਸਨ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਜਿਹੜੇ ਨੀਚ ਸਨ ਨਾ, ਨੀਵੇਂ ਤੋਂ ਨੀਵੇਂ, ਉਹ ਵੀ ਅੱਜ ਉਹਨਾਂ ਨੂੰ ਸਾਰਾ ਸੰਸਾਰ ਪੂਜਦਾ ਹੈ। ਭਗਤ ਕਬੀਰ ਸਾਹਿਬ ਜੀ ਸਾਧ ਸੰਗ ਜੀ ਜੁਲਾਏ ਸੀਗੇ ਜਾਤ ਦੇ, ਤੇ ਜੁਲਾਏ ਨੂੰ ਵੇਖੋ ਸੰਸਾਰ ਵਿੱਚ, ਸਮਾਜ ਵਿੱਚ ਕਿੰਨੀ ਨੀਵੀਂ ਜਾਤੀ ਮੰਨਦੇ, ਪਰ ਭਗਤ ਕਬੀਰ ਸਾਹਿਬ ਜੀ ਜੁਲਾਹਿਆਂ ਦੇ ਚਰਨੀ ਅੱਜ ਸਾਧ ਸੰਗ ਜੀ ਉਹਨਾਂ ਦੀ ਬਾਣੀ ਵੱਡੇ ਵੱਡੇ ਰਾਜੇ ਪੜ੍ਹਦੇ ਆ। ਇੱਕ ਜੁਲਾਹੇ ਦੀ ਬਾਣੀ ਵੱਡੇ ਵੱਡੇ ਰਾਜੇ ਪੜ੍ਹ ਕੇ ਆਪਣਾ ਵੱਡਾ ਭਾਗ ਜਾਣਦੇ ਆ। ਨੀਚ ਜਾਤ ਕਹੇ ਜਾਣ ਵਾਲੇ ਸੰਸਾਰ ਵਿੱਚ ਉਹਨਾਂ ਨੂੰ ਉੱਚ ਪਦਵੀਆਂ ਪ੍ਰਾਪਤ ਹੋਈਆਂ। ਕਾਹਦੇ ਕਰਕੇ? ਕਿੱਥੋਂ ਹੋਈਆਂ? ਉਹ ਸਾਧ ਸੰਗਤ ਦੀ ਨਾਮ ਦੇ ਵਿੱਚੋਂ ਉੱਚੀਆਂ ਪਦਵੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਹਨ। ਨੀਚ ਤੋਂ ਨੀਚ ਵੀ ਚਾਰੇ ਦਿਸ਼ਾ ਵਿੱਚ ਜਾਣੇ ਜਾਂਦੇ ਆ ਹਰੀ ਪਰਮੇਸ਼ਰ ਦੇ ਨਾਮ ਜਪਣ ਕਰਕੇ। ਹਰ ਸਿਮਰਨ ਧਾਰੀ ਸਭ ਧਰਨਾ। ਉਸ ਪ੍ਰਭੂ ਪਰਮੇਸ਼ਰ ਨੇ, ਹਰੀ ਦਾਤੇ ਪਰਮੇਸ਼ਰ ਨੇ ਨਾਮ ਦੇ ਸਦਕਾ, ਸਿਮਰਨ ਦੇ ਸਦਕਾ ਹੀ ਧਰਮ ਰੂਪੀ ਸਿਰ ਉੱਪਰ ਖਾਲਸਾ ਜੀ ਧਰਤੀ ਟਿਕਾਈ ਹੋਈ ਹੈ। ਧਰਤੀ ਟਿਕੀ ਹੋਈ ਜੇ ਤੇ ਨਾਮ ਕਰਕੇ ਟਿਕੀ ਹੋਈ ਹੈ। ਨਾਮ ਸਾਧ ਸੰਗਤ ਦੀ ਜਪਿਆ ਜਾਂਦਾ, ਕਿੰਨਾ ਧਰਤੀ ਤੇ ਜਪ ਤਪ ਹੋ ਰਿਹਾ ਹੈ। ਇਸ ਕਰਕੇ ਵੀ ਧਰਤੀ ਖਾਲਸਾ ਜੀ ਟਿਕੀ ਹੋਈ, ਨੇ ਤਾਂ ਹੁਣ ਨੂੰ ਕਦੋਂ ਦੀ ਗਰਕ ਹੋ ਜਾਂਦੀ। ਚਾਹੇ ਨਾਸਤਿਕ ਲੋਕ ਮੰਨਦੇ ਨਹੀਂ, ਪਰ ਇਹ ਨਾਮ ਦੀ ਸ਼ਕਤੀ ਹੈ, ਨਾਮ ਦਾ ਹੀ ਬਲ ਹੈ, ਜਿਹਦੇ ਕਰਕੇ ਖਾਲਸਾ ਜੀ ਧਰਤੀ ਟਿਕੀ ਹੋਈ ਹੈ। ਧਰਤੀ ਦਾ ਸਾਰਾ ਸੰਤੁਲਨ ਇੱਕ ਰਸ ਹੈ, ਬੈਲੈਂਸ ਬਣਿਆ ਹੋਇਆ। ਇਹ ਸਾਰੀ ਦੀ ਸਾਰੀ ਧਰਤੀ ਪਰਮੇਸ਼ਰ ਦੇ ਧਰਮ ਰੂਪੀ ਸਿਰ ਉੱਪਰ ਟਿਕੀ ਹੋਈ ਹੈ। ਸਿਮਰ ਸਿਮਰ ਹਰ ਕਾਰਨ ਕਰਨਾ। ਹੇ ਮੇਰੇ ਮਨਾ, ਜਦੋਂ ਵੀ ਕੋਈ ਕਾਰਨ ਕੰਮ ਕਰਨਾ, ਸਿਮਰ ਸਿਮਰ ਹਰੀ ਪਰਮੇਸ਼ਰ ਨੂੰ ਯਾਦ ਕਰਕੇ। ਸਿਮਰਨੇ ਯੋਗ ਉਸ ਪ੍ਰਭੂ ਪਰਮੇਸ਼ਰ ਨੂੰ ਜਿਹੜਾ ਵਾ ਯਾਦ ਕਰਕੇ, ਤੇ ਫਿਰ ਆਪਣਾ ਕੰਮ ਕਰ, ਕੋਈ ਕਾਰਜ ਕਰਨਾ। ਕੰਮ ਕਰਨ ਤੋਂ ਪਹਿਲਾਂ ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀ ਹੈ। ਜਦੋਂ ਵੀ ਕੋਈ ਕੰਮ ਕਰਨਾ ਹੈ ਤੂੰ ਮੇਰੇ ਮਨ, ਉਦੋਂ ਪਹਿਲਾਂ ਵਾਹਿਗੁਰੂ 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 ਨਾਮ ਜਪਣਾ ਤੇਰਾ ਜ਼ਰੂਰੀ ਹੈ। ਕਿਉਂਕਿ ਹਰੀ ਪਰਮੇਸ਼ਰ ਜਿਹੜਾ ਹੈ, ਸਿਮਰ ਸਿਮਰ ਹਰ ਕਾਰਨ ਕਰਨਾ, ਸਾਰਿਆਂ ਕਾਰਨ ਕਾਰਜਾਂ ਨੂੰ ਕਰਨ ਵਾਲਾ ਹਰੀ ਪਰਮੇਸ਼ਰ ਹੈ। ਇਸ ਕਰਕੇ ਭਾਈ ਉਹਨੂੰ ਸਿਮਰਨਾ ਕਰ, ਉਹਨੂੰ ਯਾਦ ਕਰਨਾ ਕਰ। ਹਰ ਸਿਮਰਨ ਕੀਓ ਸਗਲ ਆਕਾਰਾ। ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਦੇ ਸਿਮਰਨ ਨੇ ਸਾਰਾ ਆਕਾਰ ਬਣਾਇਆ। ਜਿਹੜੀ ਸਾਧ ਸੰਗ ਦੀ ਧਰਤੀ ਦਿਸਦੀ ਹੈ, ਜੋ ਜੋ ਵਸਤੂ ਸਾਡੀ ਨੇਤਰਾਂ ਹੇਠਾਂ ਆ ਰਿਹਾ ਜਾਂ ਨਹੀਂ ਵੀ ਆ ਰਹੀ, ਇਹ ਸਾਰਾ ਜਿਹੜਾ ਅਡੰਬਰ, ਸਭ ਜਿਹੜਾ ਪ੍ਰਪੰਚ ਬਣਾਇਆ ਹੋਇਆ ਨਾਮ ਦਾ ਬਣਾਇਆ ਹੋਇਆ। ਜੇਤਾ ਕੀਤਾ ਤੇਤਾ ਨਾਮ, ਜਿੰਨਾ ਵੀ ਸਾਧ ਸੰਗ ਜੀ ਦਿਸਦਾ ਪਸਾਰਾ, ਸਾਰਾ ਨਾਮ ਦਾ ਓਅੰਕਾਰ ਧੁਨ ਵਿੱਚੋਂ ਹੀ ਸਭ ਪ੍ਰਗਟ ਹੋਏ ਹਨ। ਸਭ ਵਸਤੂਆਂ ਬਣੀਆਂ, ਸਭ ਦਾ ਪ੍ਰਕਾਸ਼ਕ ਨਾਮ ਹੈ, ਓਅੰਕਾਰ ਪਰਮੇਸ਼ਰ ਹੈ। ਤੋ ਗਰੀਬ ਨਵਾਜ ਜੀ ਕਹਿੰਦੇ ਜਿੰਨੀ ਧਰਤੀ, ਜਿੰਨੇ ਹੇ ਮਨੁੱਖ ਤੇਰਾ ਸਰੀਰ ਹੈ ਨਾ ਜਿਹੜਾ, ਇਹ ਵੀ ਨਾਮ ਤੋਂ ਬਣਿਆ। ਨਾਮ ਤੋਂ ਪੰਜ ਤੱਤ ਬਣੇ ਆ, ਪੰਜਾਂ ਤੱਤਾਂ ਤੋਂ ਅੱਗੇ ਦੀ ਅੱਗੇ ਤੇਰਾ ਸਰੀਰ ਬਣਿਆ। ਇਹ ਨਾਮ ਤੋਂ ਹੀ ਤੇਰਾ ਸਰੀਰ ਬਣਿਆ। ਨਾਮ ਤੋਂ ਹੀ ਸਾਰੇ ਪੰਜੇ ਤੱਤ, ਖੰਡ ਬ੍ਰਹਿਮੰਡ ਜਿੰਨੇ ਬਣੇ ਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਧਰਤ ਆਕਾਸ।
ਸਭ ਜਿੰਨੇ ਹਨ ਇਹ ਨਾਮ ਦੇ ਹੀ ਬਣਾਏ ਬਣੇ ਹਨ। ਹਰ ਸਿਮਰਨ ਮਹਿ ਆਪ ਨਿਰੰਕਾਰਾ। ਤੇ ਹਰੀ ਪਰਮੇਸ਼ਰ ਦੇ ਸਿਮਰਨ ਵਿੱਚ ਨਾਮ ਵਿੱਚ ਵਸਦਾ ਕੌਣ ਹੈ? ਆਪ ਨਿਰੰਕਾਰਾ। ਪ੍ਰਭੂ ਪਰਮੇਸ਼ਰ ਦਾ ਵਾਸਾ ਕਿੱਥੇ ਹੈ? ਉਹ ਨਾਮ ਸਿਮਰਨ ਦੇ ਵਿੱਚ ਹੈ। ਕਿਉਂਕਿ ਨਾਮੀ ਤੋਂ ਨਾਮ ਖਾਲਸਾ ਜੀ ਭਿੰਨ ਨਹੀਂ ਹੈ। ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਬ੍ਰਹਮ ਦਾ ਜਨਾਇਕ ਹੈ, ਪਰਮੇਸ਼ਰ ਦਾ ਜਨਾਇਕ ਹੈ। ਜਿਵੇਂ ਆਪਾਂ ਕਿਸੇ ਦਾ ਨਾਮ ਲੈ ਕੇ ਆਵਾਜ਼ ਮਾਰਦੇ ਹਾਂ, ਉਹਨੂੰ ਜਦੋਂ ਆਵਾਜ਼ ਮਾਰੋਗੇ ਉਹ ਨਾਮ ਦੇ ਵਿੱਚ ਹੀ ਉਹਦੀ ਸੁਰਤੀ, ਜਦੋਂ ਆਪਦਾ ਨਾਮ ਸੁਣੇਗਾ ਝੱਟ ਹੀ ਤੁਹਾਡੇ ਵੱਲ ਵੇਖਦਾ, ਉਹਨੂੰ ਪਤਾ ਹੁੰਦਾ ਵੀ ਮੈਨੂੰ ਉਹ ਬੁਲਾ ਰਹੇ ਆ। ਉਹ ਨਾਮੀ ਨਾਲ ਜੁੜਿਆ ਹੁੰਦਾ। ਜਦੋਂ ਨਾਮ ਲਓਗੇ ਆਵਾਜ਼ ਮਾਰੋਗੇ ਉਹ ਜੁੜਿਆ ਹੁੰਦਾ ਉਸੇ ਆਪ ਦੇ ਨਾਮ ਨਾਲ ਹੀ, ਉਹਨੂੰ ਪਤਾ ਹੈ ਵੀ ਮੈਨੂੰ ਆਵਾਜ਼ ਮਾਰੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਪਰਮੇਸ਼ਰ ਹੈ, ਜਿਹੜੇ ਨਾਮ ਹਨ, ਅੱਲਾ ਹੈ, ਵਾਹਿਗੁਰੂ ਹੈ, ਰਾਮ ਹੈ, ਜਿੰਨੇ ਵੀ ਨਾਮ ਹਨ ਇਹ ਸਾਰੇ ਪਰਮੇਸ਼ਰ ਦੇ ਹਨ। ਤੇ ਇਹਨੂੰ ਜਦੋਂ ਆਪ ਜੀ ਵਾਹਿਗੁਰੂ, ਰਾਮ, ਅੱਲਾ ਕੁਝ ਵੀ ਬੋਲੋਗੇ, ਜਿਵੇਂ ਆਮ ਬੱਚੇ ਨੂੰ ਕੋਈ ਆਵਾਜ਼ ਮਾਰਦਾ ਜਾਂ ਕਿਸੇ ਪ੍ਰਾਣੀ ਨੂੰ ਆਵਾਜ਼ ਮਾਰੀਏ ਉਹ ਸੁਣਦਾ, ਉਹਨੂੰ ਪਤਾ ਚੱਲ ਜਾਂਦਾ ਵੀ ਮੈਨੂੰ ਬੁਲਾ ਰਹੇ। ਐਸੇ ਤਰ੍ਹਾਂ ਜਦੋਂ ਆਪ ਜੀ ਨਾਮ ਜਪੋਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਸ ਸਮੇਂ ਪਰਮੇਸ਼ਰ ਦਾ ਜਨਾਇਕ ਕੌਣ ਹੈ? ਨਾਮ ਪਰਮੇਸ਼ਰ ਦਾ ਜਨਾਇਕ ਹੈ। ਤੋ ਪਰਮੇਸ਼ਰ ਉਹ ਜਣਾਉਂਦਾ ਹੈ ਵੀ ਕਿਹਨੂੰ ਆਵਾਜ਼ ਮਾਰੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਵਾਸਾ ਕਿਹਦੇ 'ਚ ਹੈ? ਉਹ ਨਾਮ ਦੇ ਵਿੱਚ ਹੈ। ਨਾਮ ਵਿੱਚ ਪਰਮੇਸ਼ਰ ਰਹਿੰਦਾ। ਜਾਂ ਜਿਹੜੇ ਨਾਮ ਜਪਣ ਵਾਲੇ ਹੈ ਉਹਨਾਂ ਦੇ ਅੰਦਰ, ਹਿਰਦੇ ਅੰਦਰ ਪ੍ਰਭੂ ਨਿਰੰਕਾਰ ਪਰਮੇਸ਼ਰ ਵਸਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਪਰ ਨਾਮ ਜਪਦਾ ਕੌਣ ਹੈ? ਮਹਾਰਾਜ ਕਹਿੰਦੇ ਕਰ ਕਿਰਪਾ ਜਿਸ ਆਪ ਬੁਝਾਇਆ। ਜਿਹਦੇ ਤੇ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਦਇਆ ਹੁੰਦੀ ਹੈ। ਨਾਮ ਉਹੀ ਜਪਦਾ, ਦੂਜਾ ਜਪ ਨਹੀਂ ਸਕਦਾ। ਖਾਲਸਾ ਜੀ ਚਾਹੇ ਜਿੰਨੇ ਮਰਜ਼ੀ ਯਤਨ ਕਰੇ, ਨਾਮ ਉਹੀ ਜਪ ਸਕਦਾ ਹੈ ਜਿਸ ਨੂੰ ਪਰਮੇਸ਼ਰ ਪ੍ਰਭੂ ਨੇ ਜਪਾਇਆ। ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਨਾਮ ਤੇਰਾ ਹੈ ਪ੍ਰਭੂ ਉਹੀ ਜਪਦੇ ਹੈ ਜਿਨ੍ਹਾਂ ਤੇ ਤੂੰ ਮਿਹਰ ਕਰਦਾ ਹੈ, ਜਿਨ੍ਹਾਂ ਤੇ ਤੂੰ ਦਇਆ ਕਰਦਾ ਹੈ। ਉਹੀ ਆਪ ਜੀ ਜਿਨ੍ਹਾਂ ਨੂੰ ਬੁਝਾਇਆ, ਆਪਾ ਆਪ ਜਣਾਇਆ ਹੈ, ਬੁਝਾਇਆ ਹੈ, ਸਿੱਧੇ ਰਸਤੇ ਤੇ ਪਾਇਆ ਹੈ। ਉਹੀ ਪ੍ਰਾਣੀ ਨਾਮ ਵਿੱਚ ਲੱਗੇ ਹਨ ਤੇ ਜਪਦੇ ਹੈ, ਜਪ ਰਹੇ ਹਨ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਗਰੀਬ ਨਵਾਜ ਅੰਤਲੀ ਪੰਕਤੀ ਅੰਦਰ ਕਿਰਪਾ ਕਰਦੇ ਹੈ ਕਿ ਜਿਨ੍ਹਾਂ ਨੇ ਨਾਮ ਜਪਿਆ, ਕਿੰਨਾ ਜਿਨ੍ਹਾਂ ਨੂੰ ਮਹਾਰਾਜ ਤੁਸੀਂ ਆਪ ਜਪਾਇਆ ਹੈ। ਤੇ ਗੁਰਮੁਖ ਕਹੀਏ ਮੁਖੀ ਗੁਰਾਂ ਦੁਆਰਾ ਹਰੀ ਦਾ ਸਿਮਰਨ ਪ੍ਰਾਪਤ ਉਹਨਾਂ ਨੂੰ ਹੋਇਆ। ਜਿਨ੍ਹਾਂ ਤੇ ਤੁਹਾਡੀ ਮਿਹਰ ਹੋਈ ਹੈ ਉਹਨਾਂ ਨੂੰ ਹਰੀ ਪਰਮੇਸ਼ਰ ਦਾ ਸਿਮਰਨ, ਜਿਹੜਾ ਮੁਖੀ ਗੁਰੂ ਰਾਮਦਾਸ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਇਆ ਸਦਕਾ ਉਹਨਾਂ ਸਿੱਖਾਂ ਨੂੰ, ਉਹਨਾਂ ਗੁਰਮੁਖਾਂ ਨੂੰ ਨਾਮ ਜਪਣ ਦੀ ਸੋਝੀ ਮਹਾਰਾਜ ਤੁਸੀਂ ਪਾਈ। ਵੀ ਇਸ ਤਰ੍ਹਾਂ ਇਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ, ਇਹਨੂੰ ਸੰਧਿਆ ਕਹਿੰਦੇ ਆ। ਇਸ ਤਰ੍ਹਾਂ ਤੁਸੀਂ ਆਪਣਾ ਜੀਵਨ ਸਫਲਾ ਕਰਨਾ ਤੇ ਖੰਡੇ ਬਾਟੇ ਦੀ ਪੌਲ ਛਕੋ। ਫਿਰ ਛਕਦੇ ਆ ਕੌਣ? ਛਕਦੇ ਹਨ ਜਿਨ੍ਹਾਂ ਨੂੰ ਸਾਧ ਸੰਗੀ ਪਰਮੇਸ਼ਰ ਦੀ ਨਜ਼ਰ ਹੁੰਦੀ ਹੈ। ਅਨਿਥਾ ਕਿੱਡਾ ਸੰਸਾਰ ਹੈ, ਕਿੱਡੇ ਆਪਣੇ ਭਾਗ ਹੋਣਗੇ। ਖਾਲਸਾ ਜੀ 6 ਅਰਬ ਤੋਂ ਵੱਧ ਸੰਸਾਰ 'ਚ ਆਬਾਦੀ ਹੈ ਪ੍ਰਾਣੀ ਦੀ, ਤੇ 6 ਅਰਬ ਦੇ ਵਿੱਚੋਂ 2-2.25 ਕਰੋੜ ਸਿੱਖ ਹਨ। ਉਹ 2.25 ਕਰੋੜ ਸਿੱਖਾਂ ਦੇ ਵਿੱਚੋਂ ਸਾਧ ਸੰਗਤ ਜੀ ਕੋਈ ਮਸਾਂ ਵੀ 25 ਲੱਖ ਸਿੱਖ ਹੋਊਗਾ, ਇਹਨਾਂ ਵੀ ਨਹੀਂ। ਕੋਈ 10-12 ਲੱਖ ਸਿੱਖ ਹੋ ਜਿਹੜਾ ਅੰਮ੍ਰਿਤਧਾਰੀ ਹੈ। ਉਸ 10-12 ਲੱਖ ਵਿੱਚੋਂ ਮਸਾਂ ਕੋਈ 10,000-20,000 ਸਿੱਖ ਐਸਾ ਜਿਹੜਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਆਉਂਦੇ ਆ ਤੇ ਕਥਾ ਸੁਣਦੇ ਆ, ਕੀਰਤਨ ਸੁਣਦੇ ਹਨ, ਬਾਣੀ ਵਿੱਚ ਸੁਰਤੀ ਟਿਕਾਉਂਦੇ, ਮਹਾਰਾਜ ਦੇ ਦਰਸ਼ਨ ਕਰਦੇ ਆ। ਮਸਾਂ ਕੋ 5-4 ਹਜ਼ਾਰ 10,000 ਸਿੱਖ ਹੋਵੇਗਾ। ਤੇ ਉਹਨਾਂ ਦੇ ਵੱਡੇ ਭਾਗ ਹਨ ਜਿਹੜੇ ਖਾਲਸਾ ਜੀ ਇੰਨੀ ਗਿਣਤੀ। ਇੱਥੇ ਹੁਣ ਆਪਾਂ ਤਕਰੀਬਨ 60 ਘਰ ਹਨ
ਤੇ ਇੱਥੇ 60 ਘਰਾਂ ਦੇ ਵਿੱਚੋਂ ਇੱਕ ਵੀ ਪ੍ਰਾਣੀ ਆਵੇ ਤੇ 60 ਪ੍ਰਾਣੀ ਬਣਦੇ, ਪਰ ਹੁੰਦੇ ਨਹੀਂ। 5 10 15 ਹੋਣਗੇ, ਕਦੇ 20 ਹੋ ਜਾਂਦੇ ਹੋਣਗੇ। ਤੋ ਇੰਨੀ ਸਿੱਖਾਂ ਦੀ ਆਬਾਦੀ, ਪੰਜਾਬ ਹੋਮਲੈਂਡ ਹੈ ਸਿੱਖਾਂ ਦਾ। ਇੱਥੇ ਵੀ ਸਾਧ ਸੰਗਤ ਜੀ ਸੰਗਤ ਕਰਨ ਨੂੰ ਕਿਸੇ ਦਾ ਮਨ ਮੰਨਦਾ ਨਹੀਂ। ਇਹਦੇ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ। ਮਤ ਜਾਣਾ ਓਏ ਜੀਵ ਦੇ ਓਏ ਆਪ ਮਾਰੇ ਕਰਤਾਰ। ਪ੍ਰਭੂ ਪਰਮੇਸ਼ਰ ਦੇ ਮਨੋਂ ਭੁੱਲੇ ਹੋਏ ਆ ਸਾਰੇ ਲੋਕ, ਜਿਹੜੇ ਮਹਾਰਾਜ ਦੇ ਦਰਸ਼ਨ ਨਹੀਂ ਕਰਦੇ। ਉਹ ਦਰਸ਼ਨ ਕਰ ਲੈਣ, ਪਰ ਪਰਮੇਸ਼ਰ ਦਰਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਅਜੇ ਉਹਨਾਂ ਨੂੰ ਦਰਸ਼ਨ ਦੇਣਾ ਨਹੀਂ ਚਾਹੁੰਦੇ। ਨਹੀਂ ਤਾਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਜਿਨ੍ਹਾਂ ਨੂੰ ਦਰਸ਼ਨ ਦੇਣੇ ਸਨ, ਮਹਾਰਾਜ ਜੀ ਖਾਲਸਾ ਜੀ ਸੱਜਣ ਠੱਗ ਵਰਗਿਆਂ ਨੂੰ ਦਰਸ਼ਨ ਦੇਣ ਵਾਸਤੇ ਕਿੱਥੇ ਪਹੁੰਚ ਗਏ ਸੀ। ਮੁੱਲਾਂ ਵਰਗਿਆਂ ਨੂੰ ਦਰਸ਼ਨ ਦੇਣ ਵਾਸਤੇ ਮਹਾਰਾਜ ਕਾਬਲ ਕੰਧਾਰ ਤੱਕ ਵੀ ਪਹੁੰਚ ਗਏ ਸਨ। ਮਹਾਰਾਜ ਦਰਸ਼ਨ ਦੇਣੇ, ਸਤਿਗੁਰੂ ਮਿਹਰ ਕਰਨ ਸਹੀ, ਤੇ ਪ੍ਰਾਣੀ ਖਾਲਸਾ ਜੀ ਖਿੱਚਿਆ ਗੁਰੂ ਘਰੇ ਆਉਂਦਾ ਆਪੇ ਹੀ ਉਹਨੂੰ ਸਿੱਖੀ ਦੀ ਦਾਤ ਮਿਲਦੀ ਹੈ, ਅੰਮ੍ਰਿਤ ਕੀ ਦਾਤ ਮਿਲਦੀ ਹੈ। ਮਿਲਦੀ ਤਦੇ ਹੈ ਜਦੋਂ ਪਰਮੇਸ਼ਰ ਦੀ ਮਿਹਰ ਹੋਵੇ। ਆਪਦੇ ਉਦਮ ਨਾਲ ਨਾ ਸਾਧ ਸੰਗਤ ਜੀ ਨਾਮ ਜਪਿਆ ਜਾਵੇ, ਨਾ ਕਦੇ ਸੰਗਤ ਹੁੰਦੀ ਹੈ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਿਤੇ ਖੁਸ਼ ਹੋਣ, ਸਾਡਾ ਕਿਤੇ ਕੀਤਾ ਹੋਇਆ ਸ਼ੁਭ ਕਰਮ ਮਹਾਰਾਜ ਨੂੰ ਭਾ ਜਾਵੇ, ਤੇ ਗੁਰੂ ਗਰੀਬ ਨਵਾਜ ਇਹੋ ਜਿਹੀ ਮਿਹਰ ਕਰਦੇ ਆ। ਤੋ ਮਹਾਰਾਜ ਕਿਰਪਾ ਕਰਦੇ ਹਨ। ਮਹਾਰਾਜ ਜਿਹਦੇ ਤੇ ਤੁਸੀਂ ਕਿਰਪਾ ਕੀਤੀ ਉਹੀ ਨਾਮ ਜਪਦੇ, ਜਿਨ੍ਹਾਂ ਨੂੰ ਆਪਾ ਆਪ ਜਣਾਇਆ, ਬੁਝਾਇਆ, ਸਮਝਾਇਆ ਹੈ। ਤੇ ਮੁਖੀ ਗੁਰਾਂ ਦੇ ਦੁਆਰਾ ਉਹਨਾਂ ਨੇ ਹਰੀ ਪਰਮੇਸ਼ਰ ਦੇ ਸਿਮਰਨ ਨੂੰ ਪ੍ਰਾਪਤ ਕਰ ਲਿਆ ਹੈ। ਗੁਰੂ ਤੋਂ ਉਹਨਾਂ ਨੇ ਗੁਰਮੰਤਰ ਵਾਹਿਗੁਰੂ 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 ਇਹਦੀ ਪ੍ਰਾਪਤੀ ਕਰ ਲਈ ਹੈ। ਹੁਣ ਨਾਮ ਜਪਦੇ ਹੈ। ਸਾਰੀ ਮਹਾਰਾਜ ਤੇਰੀ ਬਖਸ਼ੀਸ਼, ਤੇਰੀ ਮਿਹਰ ਹੈ। ਜੇ ਕੋਈ ਨਹੀਂ ਜਪਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਵੀ ਤੁਹਾਡੇ ਬਾਣੇ ਵਿੱਚ ਹੈ। ਉਹ ਵੀ ਤੁਹਾਡੀ ਮਿਹਰ ਨਹੀਂ ਹੋਈ ਤੇ ਨਹੀਂ ਜਪਦਾ। ਤੇ ਜੇ ਕੋਈ ਜਪ ਰਿਹਾ ਮਹਾਰਾਜ, ਤੇ ਉਹ ਵੀ ਤੁਹਾਡੀ ਮਿਹਰ ਹੈ, ਤੁਸੀਂ ਉਹਨੂੰ ਦਇਆ ਕੀਤੀ, ਉਹ ਨਾਮ ਜਪ ਰਹੇ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਇੱਕ ਅਸ਼ਟਪਦੀ ਖਾਲਸਾ ਜੀ ਸੰਪੂਰਨ ਹੋਈ ਹੈ।